ਡੀ ਸਟੂਡੈਂਟਸ ਵੈਲਕਮ। ਅੱਜ ਅਸੀਂ ਸਾਡੇ ਪੇਪਰ ਰਿਸਰਚ ਮੈਥੋਡੋਲੋਜੀ ਦਾ ਪਹਿਲਾ ਟੌਪਿਕ ਸਟਾਰਟ ਕਰਦੇ ਹਾਂ। ਰਿਸਰਚ ਕੀ ਹੈ, ਟਾਈਪਸ ਆਫ ਰਿਸਰਚ, ਆਬਜੈਕਟਿਵ ਆਫ ਦੀ ਰਿਸਰਚ ਐਂਡ ਦ ਰਿਸਰਚ ਪ੍ਰੋਸੈਸ, ਇਸ ਦੇ ਬਾਰੇ ਅਸੀਂ ਡਿਟੇਲ 'ਚ ਪੜਾਂਗੇ। ਫਸਟ ਆਫ ਆਲ, ਵਾਟ ਇਜ਼ ਦ ਮੀਨਿੰਗ ਆਫ ਰਿਸਰਚ। ਰਿਸਰਚ ਕੀ ਹੈ? ਰਿਸਰਚ ਇੱਕ ਸਿਸਟਮੈਟਿਕ ਸਟੱਡੀ ਹੈ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। ਅਸੀਂ ਰਿਸਰਚ ਦੇ ਵਿੱਚ ਕੀ ਕਰਦੇ ਹਾਂ? ਇੱਕ ਪ੍ਰੋਬਲਮ ਡਿਫਾਈਨ ਕਰਦੇ ਹਾਂ। ਪ੍ਰੋਬਲਮ ਤੋਂ ਬਾਅਦ ਅਸੀਂ ਹਾਈਪੋਥੈਸਿਸ ਬਣਾਉਂਦੇ ਹਾਂ। ਹਾਈਪੋਥੈਸਿਸ ਬਣਾਉਣ ਤੋਂ ਬਾਅਦ ਅਸੀਂ ਡਾਟਾ ਕਲੈਕਟ ਕਰਦੇ ਹਾਂ, ਉਸਨੂੰ ਐਨਾਲਾਈਜ਼ ਕਰਦੇ ਹਾਂ, ਆਰਗੇਨਾਈਜ਼ ਕਰਦੇ ਹਾਂ। ਡਾਟਾ ਤੋਂ ਅਸੀਂ ਫਿਰ ਰਿਜ਼ਲਟ ਅਤੇ ਕੰਕਲੂਜਨ ਡਰਾ ਕਰਦੇ ਹਾਂ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਰਿਸਰਚ। ਰਿਸਰਚ ਦੇ ਆਬਜੈਕਟਿਵ ਕੀ ਨੇ? ਅਸੀਂ ਕਿਸੇ ਪ੍ਰੋਬਲਮ ਨਾਲ ਅਸੀਂ ਫੈਮਿਲੀਅਰ ਹੁੰਦੇ ਹਾਂ, ਉਸ ਪ੍ਰੋਬਲਮ ਦੇ ਬਾਰੇ ਜਾਣਦੇ ਹਾਂ, ਉਸ ਦੇ ਅੰਦਰ ਤੱਕ ਅਸੀਂ ਉਸਨੂੰ ਉਸ ਦਾ ਵਿਸ਼ਲੇਸ਼ਣ ਕਰਦੇ ਹਾਂ, ਉਸ ਨੂੰ ਅੰਦਰ ਤੱਕ ਅਸੀਂ ਜਿਹੜਾ ਹੈ ਫੈਮਿਲੀਅਰ ਹੁੰਦੇ ਹਾਂ ਉਸ ਦੇ ਨਾਲ, ਪ੍ਰੋਬਲਮ ਦੇ ਨਾਲ। ਇਸ ਨੂੰ ਅਸੀਂ ਕਹਿੰਦੇ ਹਾਂ ਐਕਸਪਲੋਰੇਟਰੀ ਔਰ ਫਾਰਮੂਲੇਟਿਵ ਰਿਸਰਚ ਸਟੱਡੀ। ਦੂਸਰਾ ਸਾਡਾ ਆਬਜੈਕਟਿਵ ਹੈ, ਅਸੀਂ ਕਿਸੇ ਪਰਟੀਕੂਲਰ ਇੰਡੀਵਿਜੂਅਲ ਜਾਂ ਸਿਚੁਏਸ਼ਨ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲੈਂਦੇ ਹਾਂ, ਦੈਟ ਇਜ਼ ਕਾਲਡ ਡਿਸਕ੍ਰਿਪਟਿਵ ਰਿਸਰਚ। ਤੀਸਰਾ ਸਾਡਾ ਆਬਜੈਕਟਿਵ ਹੈ ਟੂ ਡਿਟਰਮਾਈਨ ਦ ਫ੍ਰੀਕੁਐਂਸੀ ਵਿਦ ਵਿਚ ਸਮਥਿੰਗ ਅਕਰਸ ਔਰ ਵਿਦ ਇਟ ਇਜ਼ ਐਸੋਸੀਏਟਡ ਵਿਦ ਦ ਸਮਥਿੰਗ ਐਲਸ। ਇਸ ਨੂੰ ਅਸੀਂ ਡਾਇਗਨੋਸਟਿਕਸ ਰਿਸਰਚ ਸਟੱਡੀ ਕਹਿੰਦੇ ਹਾਂ। ਅਸੀਂ ਪਤਾ ਕਰਦੇ ਹਾਂ ਇਹ ਕਿਉਂ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ। ਚੌਥਾ ਹੈ ਸਾਡਾ ਸਟੈਪ, ਜੋ ਅਸੀਂ ਸਾਡਾ ਇਨਫੋਰਮੇਸ਼ਨ ਅਵੇਲੇਬਲ ਜੋ ਅਸੀਂ ਇਕੱਠੀ ਕੀਤੀ ਹੈ, ਦੈਟ ਇਜ਼ ਕਾਲਡ ਡਾਟਾ ਕਲੈਕਸ਼ਨ। ਡਾਟਾ ਕਲੈਕਸ਼ਨ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਅਸੀਂ ਉਸ ਪ੍ਰੋਬਲਮ ਦੇ ਉੱਪਰ ਅਸੀਂ ਅਪਲਾਈ ਕਰਕੇ ਦੇਖਦੇ ਹਾਂ। ਜੋ ਸਾਡੇ ਕੋਲ ਅਸੀਂ ਵੇਰੀਏਬਲਸ ਲਏ ਨੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਅਸੀਂ ਐਸਟੈਬਲਿਸ਼ ਕਰਦੇ ਹਾਂ। ਦਿਸ ਇਜ਼ ਨੋਨ ਐਜ਼ ਹਾਈਪੋਥੈਸਿਸ ਟੈਸਟਿੰਗ। ਇਹ ਸਾਡਾ ਚੌਥਾ ਆਬਜੈਕਟਿਵ ਹੈ। ਟਾਈਪਸ ਆਫ ਰਿਸਰਚ। ਰਿਸਰਚ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਡਿਸਕ੍ਰਿਪਟਿਵ ਅਤੇ ਐਨਾਲਿਟੀਕਲ ਰਿਸਰਚ, ਇਹ ਸਾਡੀ ਫਸਟ ਟਾਈਪ ਦੀ ਰਿਸਰਚ ਹੈ। ਡਿਸਕ੍ਰਿਪਟਿਵ ਰਿਸਰਚ ਦੇ ਵਿੱਚ ਅਸੀਂ ਅਨੈਲਿਸਿਸ ਕਰਦੇ ਹਾਂ, ਸਰਵੇ ਕਰਦੇ ਹਾਂ, ਅਤੇ ਕਿਸੇ ਰਿਸਰਚਰ ਦਾ ਵੇਰੀਏਬਲ ਦੇ ਉੱਪਰ ਕੋਈ ਕੰਟਰੋਲ ਨਹੀਂ ਹੁੰਦਾ। ਸਿਰਫ ਉਹ ਇਹ ਪਤਾ ਕਰਦਾ ਹੈ, ਇਹ ਰਿਪੋਰਟ ਕਰਦਾ ਹੈ ਕਿ ਕੀ ਹੋ ਚੁੱਕਾ ਹੈ ਅਤੇ ਕੀ ਹੋ ਰਿਹਾ ਹੈ। ਸਿਰਫ ਉਹ ਵੇਰੀਏਬਲਸ ਨੂੰ ਸਟੱਡੀ ਕਰਦਾ ਹੈ, ਕੀ ਹੋ ਚੁੱਕਾ ਹੈ ਅਤੇ ਕੀ ਹੋ ਰਿਹਾ ਹੈ। ਉਸ ਦਾ ਵੇਰੀਏਬਲ ਦੇ ਉੱਪਰ ਕੋਈ ਕੰਟਰੋਲ ਨਹੀਂ ਹੁੰਦਾ। ਐਨਾਲਿਟੀਕਲ ਰਿਸਰਚ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਸਾਡੇ ਕੋਲ ਪਹਿਲਾਂ ਅਵੇਲੇਬਲ ਇਨਫੋਰਮੇਸ਼ਨ ਹੁੰਦੀ ਹੈ, ਉਸ ਦੇ ਬੇਸ 'ਤੇ ਉਸ ਨੂੰ ਐਨਾਲਾਈਜ਼ ਕਰਕੇ ਉਹ ਕੁਛ ਰਿਜ਼ਲਟ ਡਰਾ ਕਰਦਾ ਹੈ। ਦਿਸ ਇਜ਼ ਕਾਲਡ ਐਨਾਲਿਟੀਕਲ ਰਿਸਰਚ। ਦੂਸਰੀ ਟਾਈਪ ਦੀ ਰਿਸਰਚ ਹੈਗੀ ਹੈ ਅਪਲਾਈਡ ਅਤੇ ਫੰਡਾਮੈਂਟਲ। ਅਪਲਾਈਡ ਰਿਸਰਚ ਦਾ ਮੇਨ ਏਮ ਹੁੰਦਾ ਹੈ ਕਿ ਜੋ ਕਿਸੇ ਪਰਟੀਕੂਲਰ ਜੋ ਪ੍ਰੈਕਟੀਕਲ ਪ੍ਰੋਬਲਮ ਹੈ ਉਸ ਦਾ ਸੋਲਿਊਸ਼ਨ ਫਾਈਂਡ ਕਰਨਾ, ਦੈਟ ਇਜ਼ ਕਾਲਡ ਅਪਲਾਈਡ ਪ੍ਰੋਬਲਮ। ਜਿਵੇਂ ਕਿ ਸਾਡੇ ਕੋਲ ਹੁਣ ਕੋਵਿਡ-19 ਦੀ ਜਿਹੜੀ ਹੈ ਮਹਾਂਮਾਰੀ ਹੈ, ਇਹ ਇੱਕ ਪ੍ਰੈਕਟੀਕਲ ਪ੍ਰੋਬਲਮ ਹੈ। ਇਸ ਦੇ ਲਈ ਅਸੀਂ ਰਿਸਰਚ ਕਰੀਏ ਅਤੇ ਉਸ ਦੇ ਲਈ ਰਿਜ਼ਲਟ ਡਰਾ ਕਰੀਏ, ਅਸੀਂ ਕੋਈ ਜਿਹੜਾ ਹੈ ਸਟੱਡੀ ਥਿਓਰੀ ਐਸਟੈਬਲਿਸ਼ ਕਰੀਏ, ਤਾਂ ਉਸਨੂੰ ਅਸੀਂ ਅਪਲਾਈਡ ਰਿਸਰਚ ਕਹਾਂਗੇ। ਫੰਡਾਮੈਂਟਲ ਰਿਸਰਚ ਜੋ ਹੁੰਦੀ ਹੈ ਉਹ 'ਚ ਕੀ ਹੈ ਕਿ ਜੋ ਐਗਜ਼ਿਸਟਿੰਗ ਨੌਲੇਜ ਹੈ ਉਸ ਨੂੰ ਔਰਗਨਾਈਜ਼ ਕਰਕੇ ਉਸ ਦੇ ਵਿੱਚ ਕੁਛ ਐਡਅਪ ਕਰਨਾ, ਉਸ ਦੇ ਵਿੱਚ ਹੋਰ ਇਨਫੋਰਮੇਸ਼ਨ ਐਡ ਕਰਨੀ, ਉਹ ਸਾਡੀ ਫੰਡਾਮੈਂਟਲ ਰਿਸਰਚ ਹੋਏਗੀ। ਜੋ ਸਾਡੇ ਕੋਲ ਪਹਿਲਾਂ ਥਿਓਰੀ ਹੈਗੀ ਹੈ ਕਿਸੇ ਸਬਜੈਕਟ ਦੇ ਸੰਬੰਧਿਤ, ਉਸ ਥਿਓਰੀ ਨੂੰ ਥੋੜ੍ਹਾ ਹੋਰ ਅੱਗੇ ਲੈ ਕੇ ਜਾਣਾ, ਉਹ ਸਾਡੀ ਫੰਡਾਮੈਂਟਲ ਰਿਸਰਚ ਹੋਏਗੀ। ਤੀਸਰੀ ਹੈ ਕੁਆਂਟੀਟੇਟਿਵ ਅਤੇ ਕੁਆਲਿਟੇਟਿਵ ਨੌਲੇਜ। ਕੁਆਂਟੀਟੇਟਿਵ ਰਿਸਰਚ ਦਾ ਮੀਨਿੰਗ ਹੈ ਕਿ ਜੋ ਕਿਸੇ ਪ੍ਰੋਬਲਮ ਦੇ ਵਿੱਚ ਕੁਛ ਸਮ ਵੇਰੀਏਬਲਸ ਦੀ ਮੈਜ਼ਰਮੈਂਟਸ ਅਤੇ ਉਹਨਾਂ ਨੂੰ ਅਪਲਾਈ ਕਰਨਾ ਉਸ ਪ੍ਰੋਬਲਮ ਦੇ ਵਿੱਚ, ਉਸ ਫਿਨੋਮੇਨਨ ਦੇ ਲਈ, ਅਤੇ ਉਸ ਵੇਰੀਏਬਲ ਉਹਨਾਂ ਵੇਰੀਏਬਲ ਨੂੰ ਐਕਸਪ੍ਰੈਸ ਕਰਨਾ ਇਨ ਟਰਮਸ ਆਫ ਕੁਆਂਟੀਟੀਜ਼। ਜਦੋਂ ਕਿ ਕੁਆਲੀਟੇਟਿਵ ਰਿਸਰਚ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਕਿਸੇ ਪ੍ਰੋਬਲਮ ਦੀ ਕੁਆਲੀਟੇਟਿਵ ਸਟੱਡੀ ਕਰਦੇ ਹਾਂ, ਯਾਨੀ ਕਿ ਅਸੀਂ ਉਸ ਦੇ ਵਿੱਚ ਨੰਬਰਸ ਇਨਵੋਲਵ ਨਹੀਂ ਹੁੰਦੇ। ਚੌਥੇ ਟਾਈਪ ਦੀ ਰਿਸਰਚ ਹੈਗੀ ਹੈ ਕਨਸੈਪਚੁਅਲ ਵਰਸਸ ਇੰਪੀਰੀਕਲ।
ਕੰਸੈਪਚੁਅਲ ਰਿਸਰਚ ਜਿਹੜੀ ਹੈ ਉਹ ਅਬਸਟਰੈਕਟ ਆਈਡੀਆ ਨਾਲ ਸੰਬੰਧਿਤ ਹੁੰਦੀ ਹੈ। ਇੰਪੀਰੀਕਲ ਰਿਸਰਚ ਜਿਹੜੀ ਹੈਗੀ ਹੈ ਉਹ ਐਕਸਪੀਰੀਅੰਸ ਦੇ ਉੱਪਰ ਜਾਂ ਆਬਜ਼ਰਵੇਸ਼ਨ ਦੇ ਉੱਪਰ ਰਿਲਾਈ ਕਰਦੀ ਹੈ। ਇਹ ਡੇਟਾ ਬੇਸਡ ਰਿਸਰਚ ਹੁੰਦੀ ਹੈ ਜੋ ਅਸੀਂ ਕਨਕਲੂਜ਼ਨ ਜੋ ਕਨਕਲੂਜ਼ਨ ਤੋਂ ਨਿਕਲਦੀ ਹੈ ਵਿਚ ਆਰ ਕੈਪੇਬਲ ਆਫ ਬੀਇੰਗ ਵੈਰੀਫਾਈਡ ਬਾਈ ਆਬਜ਼ਰਵੇਸ਼ਨ ਔਰ ਐਕਸਪੈਰੀਮੈਂਟ। ਇਸ ਨੂੰ ਅਸੀਂ ਐਕਸਪੈਰੀਮੈਂਟਲ ਇੰਪੀਰੀਕਲ ਰਿਸਰਚ ਨੂੰ ਅਸੀਂ ਐਕਸਪੈਰੀਮੈਂਟਲ ਟਾਈਪ ਆਫ ਰਿਸਰਚ ਵੀ ਕਹਿੰਦੇ ਹਾਂ। ਇਹ ਸਾਡੇ ਕੋਲ 4 ਟਾਈਪ ਦੀਆਂ ਰਿਸਰਚ ਹੈਗੀਆਂ ਨੇ। ਨੈਕਸਟ ਹੈ ਰਿਸਰਚ ਪ੍ਰੋਸੈਸ। ਰਿਸਰਚ ਪ੍ਰੋਸੈਸ ਦੇ ਵਿੱਚ ਕੀ ਕੁਛ ਆ ਰਿਹਾ, ਕੀ ਆਉਂਦਾ? ਰਿਸਰਚ ਪ੍ਰੋਸੈਸ ਦੇ ਵਿੱਚ ਕੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਰਿਸਰਚ ਪ੍ਰੋਬਲਮ ਨੂੰ ਫਾਰਮੂਲੇਟ ਕਰਦੇ ਹਾਂ। ਉਸ ਦੇ ਲਈ ਐਕਸਟੈਂਸਿਵ ਲਿਟਰੇਚਰ ਸਰਵੇ, ਜੋ ਉਸ ਨਾਲ ਸੰਬੰਧਿਤ ਇਨਫੋਰਮੇਸ਼ਨ ਜੋ ਅਵੇਲੇਬਲ ਹੈ, ਚਾਹੇ ਉਹ ਇੰਟਰਨੈਟ ਦੇ ਉੱਪਰ ਹੋਵੇ ਚਾਹੇ ਕਿਤਾਬਾਂ ਦੇ ਵਿੱਚ ਹੋਵੇ, ਉਸ ਦੇ ਰਿਸਰਚ ਪੇਪਰਸ ਹੋਣ, ਉਸ ਨੂੰ ਅਸੀਂ ਸਟੱਡੀ ਕਰਦੇ ਹਾਂ। ਉਸ ਤੋਂ ਬਾਅਦ ਹਾਈਪੋਥੈਸਿਸ ਡਿਵੈਲਪ ਕੀਤਾ ਜਾਂਦਾ ਹੈ, ਫਿਰ ਰਿਸਰਚ ਡਿਜ਼ਾਈਨ ਬਣਾਇਆ ਜਾਂਦਾ ਹੈ, ਫਿਰ ਸੈਂਪਲ ਡਿਜ਼ਾਈਨ, ਉਸ ਤੋਂ ਬਾਅਦ ਡਾਟਾ ਕਲੈਕਟ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਐਗਜ਼ੀਕਿਊਸ਼ਨ ਆਫ ਪ੍ਰੋਜੈਕਟ। ਨੈਕਸਟ ਸਟੈਪ ਹੈ ਐਨਾਲਿਸਿਸ ਆਫ ਡਾਟਾ, ਉਸ ਤੋਂ ਬਾਅਦ ਹਾਈਪੋਥੈਸਿਸ ਟੈਸਟਿੰਗ, ਫਿਰ ਜਨਰਲਾਈਜੇਸ਼ਨ ਅਤੇ ਇੰਟਰਪ੍ਰੀਟੇਸ਼ਨ ਆਫ ਦੀ ਡਾਟਾ, ਅਤੇ ਲਾਸਟ ਵਿੱਚ ਅਸੀਂ ਜਿਹੜੀ ਹੈਗੀ ਹੈ ਜੋ ਅਸੀਂ ਰਿਜ਼ਲਟ ਡਰਾ ਕੀਤੇ ਉਸ ਨੂੰ ਅਸੀਂ ਇੱਕ ਰਿਪੋਰਟ ਦੀ ਫਾਰਮ 'ਚ ਲਿਖਦੇ ਹਾਂ, ਠੀਕ ਹੈ, ਜਿਸ ਨੂੰ ਅਸੀਂ ਥੀਸਿਸ ਰਾਈਟ ਅਪ ਵੀ ਕਹਾਂਗੇ। ਤਾਂ ਇਹ ਕੁਛ ਸਟੈਪਸ ਨੇ ਜੋ ਰਿਸਰਚ ਪ੍ਰੋਸੈਸ ਦੇ ਵਿੱਚ ਫੋਲੋ ਕੀਤੇ ਜਾਂਦੇ ਨੇ। ਜੇ ਅਸੀਂ ਫਲੋ ਚਾਰਟ ਦੇ ਫਾਰਮ 'ਚ ਲਿਖੀਏ ਤਾਂ ਰਿਸਰਚ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਹੈ ਰਿਸਰਚ ਪ੍ਰੋਬਲਮ ਨੂੰ ਡਿਫਾਈਨ ਕਰਨਾ। ਉਸ ਤੋਂ ਬਾਅਦ ਡਿਫਾਈਨ ਕਰਨ ਤੋਂ ਬਾਅਦ ਉਸ ਨਾਲ ਸੰਬੰਧਿਤ ਜੋ ਲਿਟਰੇਚਰ ਹੈ, ਜੋ ਇਨਫੋਰਮੇਸ਼ਨ ਅਵੇਲੇਬਲ ਹੈ ਬੁੱਕਸ ਦੇ ਵਿੱਚ ਇੰਟਰਨੈਟ ਦੇ ਉੱਪਰ, ਉਸ ਨੂੰ ਸਟੱਡੀ ਕਰਨਾ। ਉਸ ਤੋਂ ਬਾਅਦ ਹਾਈਪੋਥੈਸਿਸ ਫਾਰਮੂਲੇਟ ਕਰਨਾ, ਬਣਾਉਣਾ। ਪ੍ਰੋਬਲਮ ਅਸੀਂ ਕਰਨਾ ਕੀ ਹੈ, ਅਸੀਂ ਕਿਸ ਚੀਜ਼ ਬਾਰੇ ਸਟੱਡੀ ਕਰ ਰਹੇ ਹਾਂ। ਉਸ ਤੋਂ ਬਾਅਦ ਰਿਸਰਚ ਡਿਜ਼ਾਈਨ ਬਣਾਉਣੀ, ਸੈਂਪਲਿੰਗ ਅਸੀਂ ਕਿਵੇਂ ਕਰਨੀ ਹੈ, ਡਾਟਾ ਕਲੈਕਸ਼ਨ ਕਿਵੇਂ ਕਰਨਾ ਹੈ, ਡਾਟਾ ਨੂੰ ਅਨਲਾਈਜ਼ ਕਰਨਾ ਹੈ, ਡਾਟਾ ਅਨਲਾਈਜ਼ ਕਰਨ ਤੋਂ ਬਾਅਦ ਫਿਰ ਆਪਾਂ ਉਸ ਨੂੰ ਇੰਟਰਪ੍ਰੀਟ ਕਰਨਾ ਹੈ ਅਤੇ ਰਿਪੋਰਟ ਬਣਾਉਣੀ ਹੈ। ਦਿਸ ਇਜ਼ ਕਾਲਡ ਫਲੋ ਚਾਰਟ ਆਫ ਰਿਸਰਚ ਪ੍ਰੋਸੈਸ। ਇਸ ਪ੍ਰੋਸੈਸ ਦੇ ਵਿੱਚ ਜੋ ਮੇਨ ਸਟੈਪ ਅਸੀਂ ਬੜੇ ਨੇ ਉਹ 'ਚ ਕੀ ਹੈ ਕਿ ਪਹਿਲਾ ਹੈ ਫਾਰਮੂਲੇਟਿੰਗ ਦੀ ਰਿਸਰਚ ਪ੍ਰੋਬਲਮ। There are 2 types of research problem, those which relate to state of nature and those which relate to relationship between variables। ਜੋ ਸਾਡੇ ਵੇਰੀਏਬਲਸ ਨੇ ਜੋ ਵੇਰੀ ਕਰਨਗੇ, ਜੋ ਕਿਸੇ ਪ੍ਰੋਬਲਮ ਦੇ ਵਿੱਚ ਇਨਵੋਲਵ ਹੁੰਦੇ ਨੇ, ਉਹਨਾਂ ਦੇ ਵਿਚਕਾਰ ਰਿਲੇਸ਼ਨਸ਼ਿਪ, ਇਹ ਹੈ ਫਾਰਮੂਲੇਟਿੰਗ ਆਫ ਦੀ ਰਿਸਰਚ ਪ੍ਰੋਬਲਮ। ਰਿਸਰਚ ਪ੍ਰੋਬਲਮ ਬਣਾਉਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਜਿਸ ਪ੍ਰੋਬਲਮ ਦੇ ਬਾਰੇ ਸਟੱਡੀ ਕਰਨੀ ਹੈ ਉਸ ਤੋਂ ਬਾਅਦ ਉਸ ਨਾਲ ਸੰਬੰਧਿਤ ਜੋ ਲਿਟਰੇਚਰ ਹੈ ਉਸ ਦੀ ਸਟੱਡੀ ਕੀਤੀ ਜਾਂਦੀ ਹੈ। ਜਿਹੜਾ ਰਿਸਰਚਰ ਹੈ ਉਹ ਕੀ ਕਰਦਾ ਹੈ, ਇਸ ਪਰਪਜ਼ ਦੇ ਲਈ ਐਕਸਟੈਂਸਿਵ ਲਿਟਰੇਚਰ ਸਰਵੇ ਦੇ ਲਈ ਉਹ ਕੀ ਹੈ ਕਿ ਜਿਹੜੇ ਐਬਸਟਰੈਕਟਿੰਗ ਅਤੇ ਇੰਡੈਕਸਿੰਗ ਜਰਨਲਸ, ਜੋ ਸਾਡੇ ਇੱਕ ਚੰਗੇ ਰਿਪਿਊਟਡ ਜਰਨਲ ਹੈਗੇ ਨੇ, ਪਬਲਿਸ਼ਡ ਵਰਕ ਹੈ, ਬਿਬਲੀਓਗ੍ਰਾਫੀਜ਼ ਹੈ, ਉਸ ਨੂੰ ਜਿਹੜਾ ਹੈ ਉਹ ਸਟੱਡੀ ਕੀਤਾ ਜਾਂਦਾ ਹੈ। academic journals, conference proceedings, government reports, books, ਇਹ ਸਾਰਾ ਜੋ ਹੈ ਇੱਕ ਸੋਰਸ ਹੈ ਲਿਟਰੇਚਰ ਸਰਵੇ ਦਾ। ਇਸ ਤੋਂ ਹੀ ਜਿਹੜਾ ਹੈ ਕਿਸੇ ਪਰਟੀਕੂਲਰ ਪ੍ਰੋਬਲਮ ਜਾਂ ਫੀਲਡ ਦੇ ਬਾਰੇ ਵਿੱਚ ਜਿਹੜੀ ਹੈ ਅਵੇਲੇਬਲ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲਦੀ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਵਰਕਿੰਗ ਹਾਈਪੋਥੈਸਿਸ। ਆਫਟਰ ਦਾ ਐਕਸਟੈਂਸਿਵ ਲਿਟਰੇਚਰ ਸਰਵੇ, ਰਿਸਰਚਰ ਕੀ ਕਰੇਗਾ, ਇੱਕ ਹਾਈਪੋਥੈਸਿਸ ਬਣਾਏਗਾ, ਵਰਕਿੰਗ ਹਾਈਪੋਥੈਸਿਸ, ਕਿ ਇਸ ਪ੍ਰੋਬਲਮ ਦੇ ਵਿੱਚ ਕੀ ਕੀਤਾ ਜਾਣਾ ਹੈ, ਕਿਸ ਚੀਜ਼ ਨੂੰ ਅਸੀਂ ਸੋਲਵ ਕਰਨਾ ਹੈ, ਇਸ ਪ੍ਰੋਬਲਮ ਦੇ ਕਿਸ ਆਸਪੈਕਟਸ ਨੂੰ ਅਸੀਂ ਪੜ੍ਹਨਾ ਹੈ। ਤਾਂ ਹਾਈਪੋਥੈਸਿਸ ਬਣਾਇਆ ਜਾਏਗਾ। ਹਾਈਪੋਥੈਸਿਸ should be very specific, limited to piece of research in hand because it has to be test। ਇਸ ਨੂੰ ਟੈਸਟ ਕੀਤਾ ਜਾਣਾ, ਇਸ ਕਰਕੇ ਇਹ ਲਿਮਿਟਡ ਹੋਣਾ ਚਾਹੀਦਾ ਹੈ।
ਹਾਈਪੋਥੈਸਿਸ ਦਾ ਰੋਲ ਕੀ ਹੈ? ਰੋਲ ਕੀ ਹੈ ਕਿ ਰਿਸਰਚਰ ਨੂੰ ਗਾਈਡ ਕਰਨਾ ਕਿ ਉਸਨੇ ਕਰਨਾ ਕੀ ਹੈ, ਉਸ ਨੂੰ ਰਾਈਟ ਟਰੈਕ ਦੇ ਉੱਪਰ ਲੈ ਕੇ ਜਾਣਾ। ਇਸ ਨਾਲ ਕੀ ਹੁੰਦਾ ਹੈ ਕਿ ਉਸ ਰਿਸਰਚਰ ਦੀ ਜਿਹੜੀ ਹੈ ਉਹ ਫੋਕਸ ਰਹਿੰਦੀ ਹੈ ਉਸ ਪਰਟੀਕੂਲਰ ਪ੍ਰੋਬਲਮ ਦੇ ਉੱਪਰ ਕਿ ਉਸਨੇ ਕਿਸ ਚੀਜ਼ ਦਾ ਸੋਲੂਸ਼ਨ ਫਾਈਂਡ ਕਰਨਾ ਹੈ। ਤਾਂ ਰਿਸਰਚਰ ਕੀ ਕਰਦਾ ਹੈ, ਇੱਕ ਵਧੀਆ ਵਰਕਿੰਗ ਹਾਈਪੋਥੈਸਿਸ ਬਣਾਉਣ ਦੇ ਲਈ ਰਿਸਰਚਰ ਦੇ ਲਈ ਕੀ ਹੈਲਪਫੁਲ ਹੈ, ਉਹ ਆਪਣੇ ਕੋਲੀਗਸ ਨਾਲ ਡਿਸਕਸ ਕਰ ਸਕਦਾ ਹੈ, ਐਕਸਪਰਟਸ ਨਾਲ ਆਪਣੀ ਪ੍ਰੋਬਲਮ ਨੂੰ ਡਿਸਕਸ ਕਰ ਸਕਦਾ ਹੈ, ਜੋ ਸਾਡੇ ਕੋਲ ਡੇਟਾ ਤੇ ਰਿਕਾਰਡ ਅਵੇਲੇਬਲ ਨੇ ਉਸ ਨੂੰ ਸਟੱਡੀ ਕਰਨਾ, ਉਸ ਦੇ ਨਾਲ ਸੰਬੰਧਿਤ ਜਿਹੜਾ ਰਿਲੇਟਡ ਏਰੀਆਜ਼ ਹੈਗੇ ਨੇ ਉਸ ਦੀ ਸਟੱਡੀ, ਉਹ ਪਰਸਨਲ ਇਨਵੈਸਟੀਗੇਸ਼ਨ ਕਰ ਸਕਦਾ ਹੈ, ਜੋ ਓਰੀਜਨਲ ਫੀਲਡ ਜਿਹੜਾ ਹੈ ਉਹ ਉਸ ਦੇ ਵਿੱਚ ਜੋ ਰਿਸਰਚ ਕੀਤੀ ਹੋਈ ਹੈ ਉਸ ਨੂੰ। ਤਾਂ ਇਸ ਨਾਲ ਕੀ ਹੈ ਕਿ ਉਹ ਇੱਕ ਵਧੀਆ ਵਰਕਿੰਗ ਹਾਈਪੋਥੈਸਿਸ ਬਣਾ ਸਕਦਾ ਹੈ। ਨੈਕਸਟ ਸਟੈਪ ਹੈ ਡਿਵੈਲਪਮੈਂਟ ਆਫ ਵਰਕਿੰਗ ਹਾਈਪੋਥੈਸਿਸ ਤੋਂ ਬਾਅਦ ਰਿਸਰਚ ਪ੍ਰੋਸੈਸ ਦੇ ਵਿੱਚ ਨੈਕਸਟ ਸਟੈਪ ਆਉਂਦਾ ਉਹ ਹੈ ਰਿਸਰਚ ਡਿਜ਼ਾਈਨ। ਰਿਸਰਚ ਕਿਵੇਂ ਕੀਤੀ ਜਾਣੀ ਹੈ? ਆਮ ਤੌਰ 'ਤੇ ਰਿਸਰਚ ਪਰਪਸ ਨੂੰ 4 ਗਰੁੱਪ ਦੇ ਵਿੱਚ ਵੰਡ ਸਕਦੇ ਹਾਂ: ਐਕਸਪਲੋਰੇਸ਼ਨ, ਡਿਸਕ੍ਰਿਪਸ਼ਨ ਤੇ ਡਾਇਗਨੋਸਿਸ ਐਂਡ ਦੈਨ ਐਕਸਪੈਰੀਮੈਂਟੇਸ਼ਨ। ਅਸੀਂ ਇੱਕ ਰਿਸਰਚ ਪ੍ਰੋਸੈਸ ਦੇ ਵਿੱਚ ਅਸੀਂ ਇੱਕ ਵਧੀਆ ਰਿਸਰਚ ਡਿਜ਼ਾਈਨ ਤਿਆਰ ਕਰਨ ਦੇ ਲਈ ਕੀ ਕਰ ਸਕਦੇ ਹਾਂ? The preparation of research design appropriate for a particular research problem involves usually the consideration of the following. ਕੀ ਕੁਛ ਹੋਣਾ ਚਾਹੀਦਾ ਹੈ? The means of obtaining information, ਅਸੀਂ ਇਨਫੋਰਮੇਸ਼ਨ ਕਿੱਥੋਂ ਲੈਣੀ ਹੈ? ਰਿਸਰਚਰ ਦੇ ਅਵੇਲੇਬਿਲਿਟੀ ਤੇ ਸਕਿੱਲਸ ਕੀ ਨੇ ਉਸ ਦੇ ਸਟਾਫ ਦੇ, ਜੋ ਸਾਡੇ ਸਿਲੈਕਟਡ ਮੀਨਸ ਹੈਗੇ ਨੇ, ਜੋ ਸਾਧਨ ਨੇ ਸਾਡੇ ਜਿਸ ਤੋਂ ਇਨਫੋਰਮੇਸ਼ਨ ਮਿਲਣੀ ਹੈ, ਉਸ ਨੂੰ ਔਰਗਨਾਈਜ਼ਡ ਅਤੇ ਔਰਗਨਾਈਜ਼ਡ ਵੇ ਨਾਲ ਉਸ ਨੂੰ ਸਟੱਡੀ ਕਰਨਾ। ਰਿਸਰਚਰ ਕੋਲ ਟਾਈਮ ਕਿੰਨਾ ਹੈ ਅਤੇ ਉਸ ਦੀ ਕਾਸਟ ਕਿੰਨੀ ਆਏਗੀ, ਇਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਰਿਸਰਚ ਡਿਜ਼ਾਈਨ ਤਿਆਰ ਕਰਦੇ ਹਾਂ। ਉਸ ਤੋਂ ਬਾਅਦ ਹੈ ਡਿਟਰਮਾਈਨਿੰਗ ਸੈਂਪਲ ਡਿਜ਼ਾਈਨ। ਇਹ ਸਾਡਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਰਿਸਰਚ ਪ੍ਰੋਸੈਸ ਦਾ। ਜੋ ਅਸੀਂ ਸੈਂਪਲ ਡਿਜ਼ਾਈਨ ਕਰਾਂਗੇ ਉਸ ਨੂੰ ਅਸੀਂ ਪਾਪੂਲੇਸ਼ਨ ਕਹਾਂਗੇ, ਪਾਪੂਲੇਸ਼ਨ ਔਰ ਯੂਨੀਵਰਸ। ਅਸੀਂ ਜੋ ਆਈਟਮਸ ਜੋ ਡਾਟਾ ਕਲੈਕਟ ਕਰਾਂਗੇ ਉਸ ਦੇ ਵਿੱਚ ਆਏਗਾ ਸੈਂਪਲਿੰਗ ਦੇ ਵਿੱਚ। ਅਸੀਂ ਸੈਂਪਲਿੰਗ ਜਦੋਂ ਕਰਦੇ ਹਾਂ ਤਾਂ ਅਸੀਂ ਇਹ ਚੀਜ਼ਾਂ ਧਿਆਨ 'ਚ ਰੱਖਦੇ ਹਾਂ ਕਿ ਸਾਡੇ ਕੋਲ ਟਾਈਮ ਕਿੰਨਾ ਹੈ, ਸਾਡੇ ਕੋਲ ਉਸ ਦੀ ਕਾਸਟ ਕਿੰਨੀ ਆਏਗੀ, ਉਸ ਦੇ ਲਈ ਉਸ ਦੀ ਐਕੂਰੇਸੀ ਕੀ ਹੋਏਗੀ, ਇਹ ਸਾਰਾ ਇਸ ਦੇ ਵਿੱਚ ਦੇਖਿਆ ਜਾਂਦਾ ਹੈ। ਨੈਕਸਟ ਹੈ ਡੈਲੀਬਰੇਟ ਸੈਂਪਲਿੰਗ। ਡੈਲੀਬਰੇਟ ਦਾ ਮਤਲਬ ਹੁੰਦਾ ਹੈ ਕਿ ਜੋ ਅਸੀਂ ਚਾਹੁੰਦੇ ਹਾਂ। ਡੈਲੀਬਰੇਟ ਸੈਂਪਲਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਪਰਪਸਿਵ ਔਰ ਡੈਲੀਬਰੇਟ ਸਿਲੈਕਸ਼ਨ ਕਰਦੇ ਹਾਂ ਪਰਟੀਕੂਲਰ ਜੋ ਅਸੀਂ ਸਾਡੇ ਕੋਲ ਯੂਨੀਵਰਸ ਹੈ ਜਿਸ ਤੋਂ ਅਸੀਂ ਡਾਟਾ ਕਲੈਕਟ ਕਰਨਾ ਹੈ, ਜੋ ਪਾਪੂਲੇਸ਼ਨ ਹੈ। ਡੈਲੀਬਰੇਟਲੀ ਅਸੀਂ ਇੱਕ ਗਿਵਨ ਪਰਟੀਕੂਲਰ ਏਰੀਆ ਦੇ ਵਿੱਚੋਂ ਇੱਕ ਪਰਟੀਕੂਲਰ ਪਾਪੂਲੇਸ਼ਨ ਦੇ ਵਿੱਚੋਂ ਅਸੀਂ ਡਾਟਾ ਕਲੈਕਟ ਕਰਦੇ ਹਾਂ, ਜਿਸ ਦੇ ਵਿੱਚ ਕਨਵੀਨੀਅੰਸ ਸੈਂਪਲਿੰਗ ਆ ਜਾਂਦੀ ਹੈ, ਜਜਮੈਂਟ ਸੈਂਪਲਿੰਗ ਆ ਜਾਂਦੀ ਹੈ। ਇਹ ਕੁਛ ਇਸ ਤਰ੍ਹਾਂ ਦੇ ਸੈਂਪਲਿੰਗ ਦੇ ਮੈਥਡ ਨੇ ਜੋ ਰਿਸਰਚਰ ਦੀ ਜਜਮੈਂਟ ਦੇ ਆਧਾਰ 'ਤੇ ਅਸੀਂ ਸੈਂਪਲਿੰਗ ਡਾਟਾ ਕਲੈਕਟ ਕਰਦੇ ਹਾਂ। ਅੱਗੇ ਹੈ ਸਿੰਪਲ ਰੈਂਡਮ ਸੈਂਪਲਿੰਗ। ਇਹ ਸੈਂਪਲਿੰਗ ਦੇ ਤਰੀਕੇ ਨੇ। ਸੈਂਪਲਿੰਗ ਅਸੀਂ ਕਰ ਰਹੇ ਹਾਂ ਸੈਂਪਲ ਡਿਜ਼ਾਈਨ ਦੇ ਲਈ ਅਸੀਂ ਡੈਲੀਬਰੇਟ ਸੈਂਪਲਿੰਗ ਕਰ ਸਕਦੇ ਹਾਂ। ਦੂਸਰਾ ਹੈ ਸਿੰਪਲ ਰੈਂਡਮ ਸੈਂਪਲਿੰਗ। ਅਸੀਂ ਮੰਨ ਲਓ ਕਿਸੇ 1500 ਆਈਟਮ ਦੇ ਵਿੱਚੋਂ ਸਿਰਫ 300 ਆਈਟਮ ਦੀ ਸੈਂਪਲਿੰਗ ਕਰਨੀ ਹੈ, ਤਾਂ ਅਸੀਂ 1500 ਵਿੱਚੋਂ ਕੋਈ ਵੀ ਰੈਂਡਮਲੀ 300 ਆਈਟਮਸ ਨੂੰ ਸਿਲੈਕਟ ਕਰਕੇ ਉਸਦੀ ਆਪਾਂ ਸਿੰਪਲ ਰੈਂਡਮ ਸੈਂਪਲਿੰਗ ਕਰ ਸਕਦੇ ਹਾਂ। ਨੈਕਸਟ ਹੈ ਸਿਸਟਮੈਟਿਕ ਸੈਂਪਲਿੰਗ। ਅਸੀਂ ਕੀ ਕਰਦੇ ਹਾਂ, ਸਾਡੇ ਕੋਲ ਕਾਫੀ ਸਾਰੇ ਸਪੋਜ਼ ਆਈਟਮਸ ਹੈਗੀਆਂ ਨੇ, ਉਸ ਵਿੱਚੋਂ ਮੰਨ ਲਓ ਸਾਡੇ ਕੋਲ ਇੱਕ ਸਿਟੀ ਦੇ ਵਿੱਚ 1000 ਘਰ ਹੈ, 1000 ਘਰ ਦੇ ਵਿੱਚ ਅਸੀਂ 200 ਘਰ ਸਿਲੈਕਟ ਕਰਨਾ ਹੈ,
ਤਾਂ ਅਸੀਂ ਕੀ ਕਰਦੇ ਹਾਂ ਕਿ ਹਰ ਸਟਰੀਟ ਦੇ ਵਿੱਚ 3-3 4-4 ਜਾਂ 5-5 ਘਰ ਛੱਡ ਕੇ ਨੈਕਸਟ ਘਰ ਅਸੀਂ ਚੂਜ਼ ਕਰ ਲੈਂਦੇ ਹਾਂ ਫਾਰ ਦੀ ਸੈਂਪਲਿੰਗ। ਤਾਂ ਇਸ ਤਰ੍ਹਾਂ ਸੈਂਪਲਿੰਗ ਨੂੰ ਅਸੀਂ ਕਹਿੰਦੇ ਹਾਂ ਸਿਸਟਮੈਟਿਕ ਸੈਂਪਲਿੰਗ। ਅੱਗੇ ਹੈ ਸਟ੍ਰੈਟੀਫਾਈਡ ਸੈਂਪਲਿੰਗ। ਸਟ੍ਰੈਟੀਫਾਈਡ ਸੈਂਪਲਿੰਗ ਤੇ ਕੀ ਹੈ ਕਿ ਅਸੀਂ ਇੱਕ ਟੈਕਨੀਕ, ਇੱਕ ਸਟ੍ਰੈਟਜੀ ਫਾਲੋ ਕਰਦੇ ਹਾਂ ਟੂ ਕਲੈਕਟ ਦਾ ਡੇਟਾ। ਕੋਟਾ ਸੈਂਪਲਿੰਗ ਬਿਲਕੁਲ ਸੇਮ ਹੈ। ਅਸੀਂ ਜੋ ਸਟ੍ਰੈਟੀਫਾਈਡ ਜੋ ਸਾਡੇ ਕੋਲ ਸੈਂਪਲਿੰਗ ਹੈ ਉਸ ਦੇ ਲਈ ਉਸ ਵਿੱਚ ਕੀ ਹੈ, ਅਸੀਂ ਕੋਟਾ ਫਿਕਸ ਕਰ ਦਿੰਦੇ ਹਾਂ। ਜੋ ਕੋਟਾ ਹੈ ਉਹ ਅਲੱਗ-ਅਲੱਗ ਸਟ੍ਰੈਟਾ ਤੋਂ ਅਸੀਂ ਜਿਹੜਾ ਹੈ ਕਲੈਕਟ ਕਰਨਾ ਹੁੰਦਾ। ਦਿਸ ਇਜ਼ ਕਾਲਡ ਕੋਟਾ ਸੈਂਪਲਿੰਗ। The size of quota for each strandom is generally proportionate to the size of the strandom in the population। जो population है उसकी size ਦੇ ਬੇਸ 'ਤੇ ਜਿਹੜਾ ਹੈ ਉਹ ਕੋਟਾ ਸੈਂਪਲਿੰਗ ਕਰਦੇ ਹਾਂ। ਅੱਗੇ ਹੈ ਕਲਸਟਰ ਸੈਂਪਲਿੰਗ ਤੇ ਏਰੀਆ ਸੈਂਪਲਿੰਗ। ਅਸੀਂ ਪੂਰੇ ਏਰੀਆ ਨੂੰ ਅਸੀਂ ਛੋਟੇ ਏਰੀਆ ਨੂੰ ਛੋਟੇ ਕਲਸਟਰ 'ਚ ਵੰਡ ਲੈਂਦੇ ਹਾਂ ਅਤੇ ਉਸ ਕਲਸਟਰਸ ਤੋਂ ਅੱਗੇ ਫਰਦਰ ਅਸੀਂ ਉਸ ਜੋ ਹੈ ਸੈਂਪਲ ਅਸੀਂ ਕਲੈਕਟ ਕਰਦੇ ਹਾਂ। ਮੰਨ ਲਓ ਸਪੋਜ਼ ਸਾਡੇ ਕੋਲ ਕ੍ਰੈਡਿਟ ਕਾਰਡ ਜਿਹੜਾ ਹੈ ਉਹ ਅਸੀਂ ਇਸ਼ੂ ਕੀਤਾ ਹੋਇਆ 15,000 ਕਸਟਮਰ ਨੇ, ਤਾਂ ਅਸੀਂ ਸੈਂਪਲ ਸਾਈਜ਼ 450 ਰੱਖਦੇ ਹਾਂ। ਅਸੀਂ 450 ਜਿਹੜਾ ਹੈ ਸੈਂਪਲ ਸਾਈਜ਼ ਹੈ। ਦੈਨ ਫਾਰ ਕਲਸਟਰ ਸੈਂਪਲਿੰਗ ਦਿਸ ਲਿਸਟ ਆਫ 15,000 ਕਾਰਡ ਹੋਲਡ ਕੁਡ ਬੀ ਫਾਰਮਡ ਇਨਟੂ 100 ਕਲਸਟਰ ਆਫ 150 ਕਾਰਡਸ। ਤਾਂ 15,000 ਕਸਟਮਰ ਦੇ ਅਸੀਂ 100 ਕਲਸਟਰ ਬਣਾ ਸਕਦੇ ਹਾਂ। ਇੱਕ ਕਲਸਟਰ ਦੇ ਵਿੱਚ 150 ਕਸਟਮਰ ਆਉਣਗੇ। ਤਾਂ ਇਸ ਤਰ੍ਹਾਂ ਅਸੀਂ ਟੋਟਲ ਏਰੀਆ, ਟੋਟਲ ਜਿਹੜਾ ਸੈਂਸ ਪਾਪੂਲੇਸ਼ਨ ਹੈ ਉਸ ਦੀ ਅਸੀਂ ਕਲਸਟਰ ਬਣਾ ਸਕਦੇ ਹਾਂ ਅਤੇ ਕਲਸਟਰ ਦੇ ਵਿੱਚੋਂ ਕਿ ਫਰਦਰ ਅਸੀਂ ਸੈਂਪਲ ਜਾਂ ਡਾਟਾ ਕਲੈਕਟ ਕਰ ਸਕਦੇ ਹਾਂ। ਮਲਟੀ ਸਟੇਜ ਸੈਂਪਲਿੰਗ। ਮਲਟੀ ਸਟੇਜ ਸੈਂਪਲਿੰਗ ਕੀ ਹੁੰਦੀ ਹੈ ਕਿ ਅਸੀਂ ਕਿਸੇ ਵੱਡੇ ਏਰੀਆ ਨੂੰ, ਜਿਓਗ੍ਰਾਫੀਕਲ ਏਰੀਆ ਨੂੰ, ਜਿਵੇਂ ਸਪੋਜ਼ ਪੂਰਾ ਕੰਟਰੀ ਹੈ, ਕੰਟਰੀ ਦੇ ਵਿੱਚ ਅਸੀਂ ਉਹਨਾਂ ਨੂੰ ਅੱਗੇ ਸਟੇਟਸ ਵੰਡ ਸਕਦੇ ਹਾਂ। ਸਟੇਟ ਦੇ ਵਿੱਚ ਅਸੀਂ ਡਿਸਟ੍ਰਿਕਟਸ ਦੈਨ ਟਾਊਨਸ ਅਤੇ ਫਾਈਨਲੀ ਅਸੀਂ ਉਸ ਟਾਊਨਸ ਦੇ ਵਿੱਚੋਂ ਕੁਛ ਸਡਨ ਫੈਮਿਲੀ ਸਿਲੈਕਟ ਕਰ ਲੈਂਦੇ ਹਾਂ ਟੂ ਕਲੈਕਟ ਦਾ ਡਾਟਾ। ਦਿਸ ਇਜ਼ ਨੋਨ ਐਜ ਮਲਟੀ ਸਟੇਜ ਸੈਂਪਲਿੰਗ। ਅੱਗੇ ਹੈ ਸੀਕੁਐਂਸ਼ੀਅਲ ਸੈਂਪਲਿੰਗ। ਸੀਕੁਐਂਸ਼ੀਅਲ ਸੈਂਪਲਿੰਗ ਇੱਕ ਕੰਪਲੈਕਸ ਸੈਂਪਲ ਡਿਜ਼ਾਈਨ ਹੈ where the ultimate size of sample is not fixed in advance but is determined according to the mathematical decisions on the basis of information yielded as survey processes। ਜਦੋਂ ਸਰਵੇ ਕਰਦੇ ਹਾਂ ਅਸੀਂ ਉਸ ਸਰਵੇ ਦੇ ਆਧਾਰ 'ਤੇ ਜੋ ਇਨਫੋਰਮੇਸ਼ਨ ਪੈਦਾ ਹੁੰਦੀ ਹੈ ਉਸ ਦੇ ਆਧਾਰ 'ਤੇ ਅਸੀਂ ਸੈਂਪਲਿੰਗ ਕਰਦੇ ਹਾਂ। ਨੈਕਸਟ ਹੈ ਸਟੈਪ ਕਲੈਕਟਿੰਗ ਦਾ ਡਾਟਾ। ਰੀਅਲ ਲਾਈਫ ਪ੍ਰੋਬਲਮ ਨੂੰ ਹੈਂਡਲ ਕਰਦਿਆਂ ਕੀ ਹੁੰਦਾ ਹੈ ਕਿ ਅਸੀਂ ਜਿਹੜਾ ਹੈ ਆਮ ਤੌਰ 'ਤੇ ਡਾਟਾ ਇਨਐਡਿਕੁਏਟ ਹੁੰਦਾ ਹੈ, ਡਾਟਾ ਜ਼ਿਆਦਾ ਕਲੈਕਟ ਨਹੀਂ ਕੀਤਾ ਜਾ ਸਕਦਾ। ਤਾਂ ਬਹੁਤ ਸਾਰੇ ਤਰੀਕੇ ਨੇ ਡਾਟਾ ਕਲੈਕਸ਼ਨ ਦੇ। ਉਹ ਡਿਪੈਂਡ ਕਰਦਾ ਹੈ ਕਿ ਸਾਡੇ ਕੋਲ ਕਾਸਟ ਕਿੰਨੀ ਹੈ, ਰਿਸੋਰਸਿਸ ਕੀ ਨੇ ਰਿਸਰਚਰ ਦੇ ਕੋਲ ਟਾਈਮ ਕਿੰਨਾ ਹੈ, ਰਿਸਰਚਰ ਦੇ ਕੋਲ ਐਕਸਪੈਂਸਿਸ ਦੇ ਲਈ ਜੋ ਕਾਸਟ ਹੈ ਉਹ ਕਿੰਨੀ ਉਹ ਕਰ ਸਕਦਾ ਹੈ। ਤਾਂ ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਡਾਟਾ ਕਲੈਕਸ਼ਨ ਦੇ। ਡਾਟਾ ਕਲੈਕਸ਼ਨ ਅਸੀਂ ਕਿਵੇਂ ਕਰਨਾ ਹੈ। ਡਾਟਾ ਕਲੈਕਸ਼ਨ ਦੇ ਕਿਹੜੇ ਤਰੀਕੇ ਨੇ? ਬਾਈ ਆਬਜ਼ਰਵੇਸ਼ਨ। ਉਹ ਸਿੰਪਲ ਜਿਹੜਾ ਹੈ ਇਨਵੈਸਟੀਗੇਟਰ ਆਪਣੀ ਆਬਜ਼ਰਵੇਸ਼ਨ ਦੇ ਆਧਾਰ 'ਤੇ ਡਾਟਾ ਕਲੈਕਟ ਕਰਦਾ ਹੈ। ਦੂਸਰਾ ਹੈ ਪਰਸਨਲ ਇੰਟਰਵਿਊ। ਇਨਵੈਸਟੀਗੇਟਰ ਕੁਝ ਲੋਕਾਂ ਤੱਕ ਜਾ ਕੇ ਉਹਨਾਂ ਨੂੰ ਕੁਐਸਚਨ ਆਨਸਰ ਕਰਕੇ ਉਸ ਡਾਇਰੈਕਟ ਇੰਟਰਵਿਊ ਕਰਨ ਤੋਂ ਬਾਅਦ ਉਹ ਡਾਟਾ ਕਲੈਕਟ ਕਰਦਾ ਹੈ ਪਰਸਨਲ ਇੰਟਰਵਿਊ ਤੋਂ ਬਾਅਦ। ਤੀਸਰਾ ਤਰੀਕਾ ਹੈ ਥਰੂ ਟੈਲੀਫੋਨਿਕ ਇੰਟਰਵਿਊਜ਼। ਉਹ ਕੁਛ ਲੋਕਾਂ ਨੂੰ ਟੈਲੀਫੋਨਿਕਲੀ ਕਾਲ ਕਰਕੇ ਉਸ ਤੋਂ ਉਹ ਡਾਟਾ ਕਲੈਕਟ ਕਰ ਲੈਂਦਾ ਹੈ, ਜਾਂ ਕੁਛ ਆਪਣੇ ਕੁਐਸਚਨਰ ਬਣਾ ਕੇ ਉਹ ਵਾਇਆ ਈਮੇਲ ਰਾਹੀਂ ਉਹ ਲੋਕਾਂ ਤੋਂ ਜਿਹੜਾ ਹੈ ਉਹ ਡਾਟਾ ਕਲੈਕਟ ਕਰਦਾ ਹੈ। ਉਸ ਤੋਂ ਬਾਅਦ ਥਰੂ ਸਕੈਜੂਲਸ। ਇਸ ਮੈਥਡ ਨਾਲ ਜਿਹੜਾ ਹੈ ਜਿਹੜਾ ਐਨਾਮੀਟਰਸ ਆਰ ਅਪੁਆਇੰਟਡ ਐਂਡ ਗਿਵਨ ਟ੍ਰੇਨਿੰਗ। ਕੁਝ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਐਨਾਮੀਟਰਸ ਨੂੰ, ਅਤੇ ਉਹ ਕੀ ਕਰਦੇ ਨੇ, ਉਹ ਸਕੈਜੂਲ ਜਿਹੜੀ ਹੈ ਉਹਦੇ ਵਿੱਚ ਕੁਐਸਚਨਸ ਹੁੰਦੇ ਨੇ, ਉਹਨਾਂ ਕੁਐਸਚਨਸ ਦੇ ਬੇਸਿਸ 'ਤੇ ਉਹ ਲੋਕਾਂ ਤੋਂ ਡਾਟਾ ਕਲੈਕਟ ਕਰਦੇ ਹਨ। ਅੱਗੇ ਹੈ ਅਗਲਾ ਸਟੈਪ ਹੈ ਸਾਡਾ ਐਗਜੀਕਿਊਸ਼ਨ ਆਫ ਪ੍ਰੋਜੈਕਟ।
this step of research process is very important. If the execution of the research project proceeds on correct lines, the data to be collected would be adequate and dependable. ਨੈਕਸਟ ਸਾਡਾ ਸਟੈਪ ਹੈ ਐਨਾਲਿਸਿਸ ਆਫ ਡਾਟਾ। ਜੋ ਅਸੀਂ ਡਾਟਾ ਕਲੈਕਟ ਕੀਤਾ, ਡਾਟਾ ਕਲੈਕਟ ਕਰਨ ਤੋਂ ਬਾਅਦ ਉਸਦੇ ਉੱਪਰ ਉਸਨੂੰ ਅਸੀਂ ਐਨਾਲਾਈਜ਼ ਕਰਦੇ ਹਾਂ। The analysis of data requires a number of closely related operations such as establishment of categories, application of these categories to raw data through coding, tabulation and then drawing statistical inferences। ਇਹ ਸਾਰਾ ਕੁਝ ਅਸੀਂ ਡਾਟਾ ਨੂੰ ਟੈਬਲਾਈਜ਼ ਕਰਨ ਤੋਂ ਬਾਅਦ ਉਸ ਦੇ ਉੱਪਰ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਅਸੀਂ ਉਸਦੇ ਇਨਫਰੈਂਸ ਮੀਨਸ ਉਸ ਤੋਂ ਰਿਜ਼ਲਟ ਡਰਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਰਿਜ਼ਲਟ ਡਰਾ ਕਰਨ ਤੋਂ ਬਾਅਦ ਹਾਈਪੋਥੈਸਿਸ ਟੈਸਟਿੰਗ ਕੀਤੀ ਜਾਂਦੀ ਹੈ। ਜੋ ਅਸੀਂ ਹਾਈਪੋਥੈਸਿਸ ਬਣਾਇਆ ਸੀ ਕਿ ਉਸ ਦੇ ਲਈ ਇਹ ਜਿਹੜਾ ਡਾਟਾ ਹੈ ਉਸ ਤੋਂ ਰਿਜ਼ਲਟ ਡਰਾ ਕੀਤੇ ਨੇ ਉਸ ਦੀ ਟੈਸਟਿੰਗ ਕੀਤੀ ਜਾਂਦੀ ਹੈ। ਇਹ ਟੈਸਟਿੰਗ ਕਰਨ ਦੇ ਲਈ ਅਸੀਂ ਕੁਝ ਟੈਸਟ ਯੂਜ਼ ਕਰਦੇ ਹਾਂ, ਜਿਵੇਂ ਕਿ ਕਾਈ-ਸਕੁਏਅਰ ਟੈਸਟ, ਟੀ ਟੈਸਟ, ਐਫ ਟੈਸਟ, ਜੋ ਅਸੀਂ ਜਿਹੜਾ ਹੈ ਵੱਖ-ਵੱਖ ਸਟੈਟਿਸਟੀਸ਼ੀਅਨ ਨੇ ਡਿਵੈਲਪ ਕੀਤੇ ਨੇ ਫਾਰ ਦਿਸ ਪਰਪਜ਼। ਇਹਨਾਂ ਟੈਸਟ ਨੂੰ ਅਸੀਂ ਅੱਗੇ ਫਰਦਰ ਜਿਹੜਾ ਹੈ ਆਉਣ ਵਾਲੇ ਲੈਕਚਰ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਾਂਗੇ ਇਹ ਕੀ ਹੁੰਦੇ ਨੇ, ਕਿਵੇਂ ਅਪਲਾਈ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਅਸੀਂ ਇਹ ਡਾਟਾ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਹਾਈਪੋਥੈਸਿਸ ਟੈਸਟ ਤੋਂ ਬਾਅਦ ਅਸੀਂ ਜਨਰਲਾਈਜੇਸ਼ਨ ਤੇ ਇੰਟਰਪ੍ਰੀਟ ਕਰਦੇ ਹਾਂ। ਇਫ ਦਾ ਹਾਈਪੋਥੈਸਿਸ ਇਜ਼ ਟੈਸਟਡ ਐਂਡ upheld several times, it may be possible for the researcher to arrive at generalization। ਕੀ ਹੋ ਸਕਦਾ ਹੈ ਕਿ ਉਹ ਇੱਕ ਜਨਰਲਾਈਜ਼ ਕਰੇਗਾ ਜਿਹੜੀ ਐਗਜ਼ਿਸਟਿੰਗ ਥਿਓਰੀ ਹੈ। As a matter of fact, the real value of research lies on its ability to arrive at the certain generalization। If the researcher has no hypothesis to start with, he might seek to explain his findings on the basis of some previous theory। It is known as interpretation। ਨੈਕਸਟ ਸਟੈਪ ਹੈ ਪ੍ਰੈਪਰੇਸ਼ਨ ਆਫ ਰਿਪੋਰਟ ਔਰ ਦਾ ਥੀਸਿਸ। ਫਾਈਨਲੀ ਕੀ ਰਿਸਰਚਰ ਕੀ ਕਰਦਾ ਹੈ ਕਿ ਉਹ ਆਪਣੀ ਰਿਸਰਚ ਦੇ ਬੇਸਿਸ 'ਤੇ ਆਪਣੀ ਇੱਕ ਰਿਪੋਰਟ ਤਿਆਰ ਕਰਦਾ ਹੈ। ਰਾਈਟਿੰਗ ਆਫ ਰਿਪੋਰਟ ਮਸਟ ਡਨ ਵਿਦ ਗ੍ਰੇਟ ਕੇਅਰ ਐਂਡ ਕੀਪਿੰਗ ਇਨ ਵਿਊ ਦਾ ਫੋਲੋਇੰਗਸ। ਉਹ ਰਿਪੋਰਟ ਤਿਆਰ ਕਰਨ ਦੇ ਵੇਲੇ ਕੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਰਿਪੋਰਟ ਦੀ ਜਿਹੜੀ ਲੇਆਊਟ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪਹਿਲਾਂ ਪ੍ਰੀਲਿਮਿਨਰੀ ਪੇਜ ਆਉਣਗੇ, ਫਿਰ ਮੇਨ ਟੈਕਸਟ ਆਏਗਾ ਅਤੇ ਫਿਰ ਲਾਸਟ 'ਚ ਕੀ ਆਏਗਾ, ਐਂਡ ਮੈਟਰ। ਪ੍ਰੀਲਿਮਿਨਰੀ ਪੇਜ 'ਚ ਕੀ ਹੋਏਗਾ, ਟਾਈਟਲ, ਡੇਟ, ਉਸ ਤੋਂ ਬਾਅਦ ਐਕਨੋਲਜਮੈਂਟ ਐਂਡ ਫੋਰਵਰਡ। ਠੀਕ ਹੈ। ਟੇਬਲ ਆਫ ਕੰਟੈਂਟਸ ਹੋਣਾ ਚਾਹੀਦਾ, ਟੇਬਲ ਆਫ ਲਿਸਟ ਆਫ ਇਲਸਟ੍ਰੇਸ਼ਨਸ ਵਗੈਰਾ ਹੋਣਗੇ ਇਸ ਦੇ ਵਿੱਚ। ਉਹ ਮੇਨ ਟੈਕਸਟ 'ਚ ਕੀ ਹੋਏਗਾ, ਮੇਨ ਟੈਕਸਟ ਦੇ ਵਿੱਚ ਇੱਕ ਤਾਂ ਇੰਟਰੋਡਕਸ਼ਨ, ਉਸ ਤੋਂ ਬਾਅਦ ਸਮਰੀ ਆਫ ਫਾਈਂਡਿੰਗ ਅਤੇ ਮੇਨ ਰਿਪੋਰਟ ਜੋ ਸਾਡੀ ਪ੍ਰੈਜੈਂਟ ਕੀਤੀ ਗਈ ਹੈ, ਉਸ ਤੋਂ ਬਾਅਦ ਕਨਕਲੂਜ਼ਨ। ਐਂਡ ਮੈਟਰ ਦੇ ਵਿੱਚ ਕੀ ਆਏਗਾ, ਐਂਡ ਮੈਟਰ ਦੇ ਵਿੱਚ ਬਿਬਲੀਓਗ੍ਰਾਫੀ, ਲਿਸਟ ਆਫ ਬੁੱਕਸ, ਜਰਨਲਸ, ਰੈਫਰੈਂਸਿਸ ਸਾਰੇ ਆਉਣਗੇ। ਫਿਰ ਸਾਡੇ ਕੋਲ ਦੂਸਰਾ ਪੁਆਇੰਟ ਕੀ ਹੈ ਕਿ ਰਿਪੋਰਟ ਸ਼ੁੱਡ ਬੀ ਰਿਟਨ ਇਨ ਦੀ ਕੰਸਾਈਜ਼ ਐਂਡ ਆਬਜੈਕਟਿਵ ਸਟਾਈਲ। ਸਿੰਪਲ ਲੈਂਗੁਏਜ ਲਿਖਣੀ ਹੈ। ਅਤੇ ਨੈਕਸਟ ਪੁਆਇੰਟ ਕੀ ਹੈ ਕਿ ਚਾਰਟ ਅਤੇ ਇਲਸਟ੍ਰੇਸ਼ਨ ਇਨ ਦਾ ਮੇਨ ਰਿਪੋਰਟ ਸ਼ੁੱਡ ਬੀ ਯੂਜ਼ਡ। ਉਦੋਂ ਯੂਜ਼ ਕਰਨੇ ਨੇ ਜੇਕਰ ਉਹ ਕੋਈ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ। ਨੈਕਸਟ ਹੈ ਕਿ ਕੈਲਕੂਲੇਟਡ confidence limits should be mentioned and various constraints experienced in conducting research operation may as will be stated। And this is some steps of research process. Next we will study criteria of good research। Thank you students।